ਮਿੰਟੂ ਜੀ, ਕਸ਼ਮੀਰ ਦੇ ਵਿੱਚ ਕੱਲ੍ਹ ਜੋ ਹਮਲਾ ਵਾਪਰਿਆ ਉਹਦੇ ਵਿੱਚ 5 ਜਵਾਨ ਸ਼ਹੀਦ ਹੋਏ ਨੇ ਤੇ ਉਹਨਾਂ ਦੇ ਵਿੱਚੋਂ 5 ਫੌਜੀ ਜਵਾਨਾਂ ਚੋਂ 4 ਪੰਜਾਬੀ ਮੂਲ ਦੇ ਸਨ ਜੀ। ਹੋਰ ਕੀ ਵੇਰਵਾ ਆਇਆ ਇਸ ਅਟੈਕ ਦੇ ਬਾਰੇ? ਦੇਖੋ, ਇਸ ਵੇਲੇ ਪੁੰਛ ਦੇ ਵਿੱਚ ਡਰੋਨ ਸਨਿਫਰ ਡੌਗ ਦੇ ਜ਼ਰੀਏ ਜਿਹੜੇ ਇਹ ਹਮਲਾਵਰ ਸੀਗੇ ਉਹਨਾਂ ਦੀ ਤਲਾਸ਼ ਜਾਰੀ ਹੈ, ਉਹਨਾਂ ਨੂੰ ਲੱਭਿਆ ਜਾ ਰਿਹਾ ਵਾ। ਪਰ ਜਿਹੜੀ ਗੱਲ ਹੈ ਨਾ ਵਿਜੇ ਜੀ, ਇਹ ਜਿੱਥੇ ਅਟੈਕ ਹੋਇਆ, ਵੈਸੇ ਕੱਲ ਥੋੜੀ ਕਨਫਿਊਜ਼ਨ ਸੀ ਕਿਉਂਕਿ ਜਿਹੜੇ ਪ੍ਰਤੱਖਦਰਸ਼ੀ ਵੀ ਸੀਗੇ ਉਹਨਾਂ ਨੂੰ ਵੀ ਇਸ ਤਰ੍ਹਾਂ ਲੱਗਿਆ ਸੀਗਾ ਕਿਉਂਕਿ ਮੌਸਮ ਖਰਾਬ ਸੀਗਾ ਕਿ ਸ਼ਾਇਦ ਕੋਈ ਬਿਜਲੀ ਡਿੱਗ ਪਈ ਹੈ ਜਾਂ ਇਸ ਤਰ੍ਹਾਂ ਦਾ ਕੁਝ ਵਾਪਰ ਗਿਆ, ਕਿਉਂਕਿ ਹੋਇਆ ਤਾਂ ਐਕਚੁਅਲ ਦੇ ਵਿੱਚ ਹਮਲਾ ਸੀਗਾ। ਪਰ ਜਿਹੜੀਆਂ ਸ਼ੁਰੂਆਤੀ ਰਿਪੋਰਟਾਂ ਸੀਗੀਆਂ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦੁਬਦਾ ਵਾਲੀਆਂ ਸੀਗੀਆਂ, ਦੁਬਦਾ ਚ ਸੀਗੀਆਂ ਕਿ ਕੀ ਕੋਈ ਇਸ ਤਰ੍ਹਾਂ ਕੁਝ ਹਾਦਸਾ ਹੋਇਆ ਜਾਂ ਅਟੈਕ ਹੋਇਆ। ਫਿਰ ਬਾਅਦ ਚ ਕਨਫਰਮ ਹੋਇਆ, ਕਿਉਂਕਿ ਬਾਅਦ ਚ ਤਾਂ ਆਫੀਸ਼ੀਅਲੀ ਕਨਫਰਮ ਕਰ ਦਿੱਤਾ ਗਿਆ ਕਿ ਇਹ ਅਟੈਕ ਹੀ ਸੀਗਾ। ਤਾਂ ਬਾਅਦ ਦੇ ਵਿੱਚ ਫਿਰ ਫੋਟੋਆਂ ਜਿਹੜੀਆਂ ਸੀਗੀਆਂ ਉਹ ਵੀ ਪਾ ਦਿੱਤੀਆਂ ਗਈਆਂ। 5 ਚੋਂ 4 ਜਿਹੜੇ ਸੀਗੇ ਜਵਾਨ ਉਹ ਸਾਡੇ ਇੱਥੋਂ ਦੇ ਪੰਜਾਬ ਦੇ ਰਹਿਣ ਵਾਲੇ ਸੀਗੇ। ਬੇਸਿਕਲੀ ਕੀ ਹੈ ਕਿ ਇਹ ਅਟੈਕ ਤੇ ਠੀਕ ਉਸੇ ਤਰ੍ਹਾਂ ਦਾ ਹੀ ਹੈ ਜਿਵੇਂ ਆਪਾਂ ਪੁਲਵਾਮਾ ਅਟੈਕ ਦੇਖਦੇ ਹਾਂ। ਤਾਂ ਉਹ ਸੀਗਾ ਕਿ ਉਹ ਇੱਕ ਕਾਫਲੇ ਤੇ ਹੋਇਆ ਸੀ, ਇਹ ਇੱਕ ਸਿੰਗਲ ਜਿੱਦਾਂ ਟਰੱਕ ਜਾ ਰਿਹਾ ਸੀ ਇਕੱਲਾ ਹੀ, ਤਾਂ ਇਹਦੇ ਤੇ ਆ, ਬਸ ਇੰਨਾ ਕੁ ਫਰਕ ਹੈ। ਪਰ ਜਿੱਥੇ ਇਹ ਅਟੈਕ ਹੋਇਆ, ਜਿੰਨਾ ਕੁ ਇਸ ਏਰੀਏ ਨੂੰ ਆਪਾਂ ਸਮਝਦੇ ਹਾਂ, ਇਹ ਭਾਟਾ ਤੁਲੀਆ ਜਿਹੜਾ ਜੰਗਲ ਹੈ ਉਹਦੇ ਬਿਲਕੁਲ ਨੇੜੇ ਹੋਇਆ। ਇਹ ਉਹੀ ਹੈ ਜਿਹੜਾ 2021 ਦੇ ਵਿੱਚ ਵੀ ਇੱਕ ਇਸੇ ਤਰ੍ਹਾਂ ਅਟੈਕ ਦਾ ਗਵਾਹ ਬਣਿਆ ਸੀ ਏਰੀਆ। ਉਹ ਅੱਜ ਤੱਕ ਹਮਲਾਵਰ ਲੱਭੇ ਨਹੀਂ ਗਏ। ਆਪਰੇਸ਼ਨ ਇਹਨਾਂ ਨੇ ਬਹੁਤ ਚਲਾਏ ਨੇ ਕਿਉਂਕਿ ਉਹ ਜਗ੍ਹਾ ਹੀ ਕੁਛ ਐਸੀ ਹੈ। ਤਾਂ ਇੱਥੇ ਅਟੈਕ ਹੋਣਾ ਦੁਬਾਰਾ ਫਿਰ ਇਹ ਕਾਫੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਚਿੰਤਾਜਨਕ ਗੱਲ ਹੈ ਏਜੰਸੀਆਂ ਵਾਸਤੇ ਵੀ ਤੇ ਸਿਕਿਉਰਿਟੀ ਫੋਰਸਿਸ ਵਾਸਤੇ ਵੀ। ਤਾਂ ਹਾਲ ਦੀ ਘੜੀ ਆਪਰੇਸ਼ਨ ਇਹਨਾਂ ਨੇ ਫੇਰ ਚਲਾ ਰੱਖਿਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਲੱਭਿਆ ਜਾਵੇ ਇਹਨਾਂ ਨੂੰ। ਤੇ ਦੱਸਦੇ ਇਹ ਆ ਕਿ ਇੱਥੇ ਇਹਨਾਂ ਨੇ ਇਹ ਨੀਤੀ ਤਿਆਰ ਕੀਤੀ ਹੋਈ ਸੀਗੀ, ਅਟੈਕਰ ਜਿਹੜੇ ਸੀਗੇ, ਕਿ ਇਹਨਾਂ ਨੇ ਪਹਿਲਾਂ ਹਮਲਾ ਕੀਤਾ, ਗ੍ਰਨੇਡ ਸੁੱਟਿਆ, ਉਸ ਤੋਂ ਬਾਅਦ ਫਿਰ ਇਹਨਾਂ ਨੇ ਫਾਇਰਿੰਗ ਕੀਤੀ ਹੈ। ਤਾਂ ਉਹਦੇ ਨਾਲ ਅੱਗ ਲੱਗ ਗਈ ਸੀਗੀ ਟਰੱਕ ਨੂੰ। ਤਾਂ ਖੈਰ ਇਹ ਜਿਹੜੇ 5 ਜਵਾਨ ਸ਼ਹੀਦ ਹੋ ਗਏ ਆ। ਤਾਂ ਇਸ ਮਾਮਲੇ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ 1-2 ਇਤਫਾਕ ਵੀ ਨੇ। ਇਤਫਾਕ ਇਹ ਆ ਕਿ ਕੱਲ ਹੀ ਆਪਾਂ ਗੱਲ ਕਰ ਰਹੇ ਸੀਗੇ ਬਿਲਾਵਲ ਭੁੱਟੋ ਦੀ ਆਮਦ ਬਾਰੇ ਕਿ ਉਹ ਐਸਸੀਓ ਦੀ ਮੀਟਿੰਗ 'ਚ ਆ ਸਕਦੇ ਆ। ਤਾਂ ਦੂਸਰੀ ਚੀਜ਼ ਇਹ ਆ ਕਿ ਇੱਕ ਇਤਫਾਕ ਹੋਰ ਵੀ ਜੁੜਦਾ ਹੈ ਨਾ ਕਿ G20 ਦੀਆਂ ਮੀਟਿੰਗਾਂ ਵੀ ਰੱਖੀਆਂ ਹੋਈਆਂ ਨੇ ਕਸ਼ਮੀਰ ਦੇ ਵਿੱਚ, ਉਹਦੀ ਵੀ ਬਹੁਤ ਵੱਡੀ ਵਿਰੋਧਤਾ ਹੋ ਰਹੀ ਹੈ। ਹਾਲ ਦੀ ਘੜੀ ਜਿਸ ਗਰੁੱਪ ਨੇ ਇਹਦੀ ਜ਼ਿੰਮੇਵਾਰੀ ਲਈ ਹੈ, ਅੱਤਵਾਦੀ ਸੰਗਠਨ ਹੈ ਉਹ ਵੀ, ਤਾਂ ਉਹ ਹੈਗਾ ਪੀਪਲਸ ਐਂਟੀ ਫਾਸਿਸਟ ਫਰੰਟ, ਯਾਨੀ PAFF। ਇਹ ਇਸੇ ਤਰ੍ਹਾਂ ਦਾ ਆਊਟਫਿਟ ਹੈ ਜਿੱਦਾਂ ਜੈਸ਼ ਏ ਮੁਹੰਮਦ ਵਗੈਰਾ ਨੇ। ਤਾਂ ਇਹ ਉਸ ਵੇਲੇ ਤੁਹਾਨੂੰ ਪਤਾ ਹੀ ਹੈ ਜਦੋਂ IMF ਦੀ ਇੱਕ ਟੀਮ ਜਿਹੜੀ ਹੈ ਉਹ ਫਾਈਨੈਂਸ਼ੀਅਲ ਟਾਸਕ ਫੋਰਸ ਹੁੰਦੀ ਹੈ ਨਾ, ਕੁਛ ਇਸ ਤਰ੍ਹਾਂ ਦਾ, ਉਹਨਾਂ ਦਾ ਕੰਮ ਕਰਨ। ਤਾਂ ਉਹ ਜਿਹੜੀਆਂ ਉਹਨਾਂ ਨੇ ਸ਼ਰਤਾਂ ਰੱਖੀਆਂ ਸੀ, ਤਾਂ ਉਸ ਵੇਲੇ ਬਚਣ ਲਈ ਇਹ ਕੁਝ ਸੰਗਠਨ ਨਾ ਚੇਂਜ ਕਰਕੇ ਆ ਗਏ ਸਨ ਜੀ। ਤਾਂ ਅੱਗੇ ਹੁਣ ਜਾਂਚ ਪੜਤਾਲ ਜਾਰੀ ਹੈ। ਪਰ ਇਹ 2 ਇਤਫਾਕ ਜਿਹੜੇ ਆ ਉਹ ਖਾਸੇ ਕਹਿ ਲਓ ਕਿ ਇਹ ਇਸ ਵੇਲੇ ਚਰਚਾ ਦਾ ਵਿਸ਼ਾ ਹੈ ਕਿ ਇੱਕ ਤਾਂ ਵਿਦੇਸ਼ ਮੰਤਰੀ ਦੀ ਜਿਵੇਂ ਹੀ ਇੱਧਰ ਹਾਂ ਹੋਈ ਫੇਰੀ ਕਿ ਠੀਕ ਉਹਨੇ ਆਉਣਾ ਹੈ ਬਿਲਾਵਲ ਭੁੱਟੋ ਨੇ, ਤੇ ਦੂਸਰਾ G20 ਵਾਲੀਆਂ ਜਿਹੜੀਆਂ ਬੈਠਕਾਂ ਐਲਾਨੀਆਂ ਹੋਈਆਂ ਨੇ, ਇਸ ਸੰਦਰਭ 'ਚ ਵੀ ਇਹਨਾਂ ਚੀਜ਼ਾਂ ਨੂੰ ਜੋੜ ਕੇ ਦੇਖਿਆ ਜਾ ਰਿਹਾ ਜੀ। ਤੇ ਮਿੰਟੂ ਜੀ, ਤੁਸੀਂ ਜਿਵੇਂ ਜ਼ਿਕਰ ਕੀਤਾ ਨਾ ਪੁਲਵਾਮਾ ਵਾਲਾ ਅਟੈਕ, ਪਰ ਉੱਥੋਂ ਚਲੋ ਆਹ ਵਾਲਾ ਅਟੈਕ ਵੱਖਰਾ, ਬੜੀ ਮੰਦਭਾਗੀ ਗੱਲ ਹੈ ਜੀ ਸਾਰੀ ਇਹ। ਬੀਤੇ ਦਿਨੀ ਇੱਕ ਹੋਰ ਇੰਟਰਵਿਊ ਜਿਹਦੇ ਵਿੱਚ ਪੁਲਵਾਮਾ ਵਾਲੇ ਅਟੈਕ ਦਾ ਜ਼ਿਕਰ ਕਰਕੇ ਜਿਹੜੇ ਸਾਬਕਾ ਗਵਰਨਰ ਸੀਗੇ, ਜਿਹੜੇ ਉਸ ਵੇਲੇ ਗਵਰਨਰ ਸੀ ਜੰਮੂ ਕਸ਼ਮੀਰ ਦੇ, ਸਤਿਆਪਾਲ ਮਲਿਕ, ਉਹਨਾਂ ਨੇ ਬੜੇ ਸੰਗੀਨ ਦੋਸ਼ ਲਗਾਏ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਕਈ ਗੱਲਾਂ ਉਹਨਾਂ ਨੇ ਉਸ ਇੰਟਰਵਿਊ ਦੇ ਵਿੱਚ ਬੜੀ ਬੇਬਾਕੀ ਨਾਲ ਆਖੀਆਂ। ਤੇ ਫਿਰ ਉਸ ਤੋਂ ਬਾਅਦ ਇਹ ਕਨਸੋਆ ਸੀ ਜਾਂ ਇਹ ਇਸ ਤਰ੍ਹਾਂ ਦਾ ਇੱਕ ਸਪੈਕੂਲੇਸ਼ਨ ਸੀ ਵੀ ਹੁਣ ਲਓ ਇਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਪੁੱਛਗਿੱਛ ਵਾਸਤੇ ਸੱਦਿਆ ਜਾਣਾ। ਹੁਣ ਅੱਜ ਇਹ ਖਬਰ ਆ ਰਹੀ ਹੈ ਕਿ ਸਤਿਆਪਾਲ ਮਲਿਕ ਨੂੰ CBI ਨੇ ਬੁਲਾ ਲਿਆ ਜੀ ਇਨਵੈਸਟੀਗੇਸ਼ਨ ਵਾਸਤੇ ਜਾਂ ਕੁਐਸਚਨਿੰਗ ਵਾਸਤੇ। ਕੀ ਵੇਰਵਾ ਜੀ ਇਸ ਗੱਲ ਦਾ? ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸੁਪਰੀਮ ਕੋਰਟ ਨੇ CBI ਨੂੰ ਪਿੰਜਰੇ ਦਾ ਤੋਤਾ ਕਿਹਾ ਸੀਗਾ, ਤੇ ਤੁਸੀਂ ਜੋ ਕਹਿ ਰਹੇ ਹੋ ਕਿ ਤੋਤਾ ਨੇ ਭਾਈ ਚੁੰਝ ਤਾਂ ਫਿਰ ਮਾਰਨੀ ਸੀਗੀ ਨਾ ਜੇ ਉਹਨਾਂ ਦੇ ਮਾਲਕਾਂ ਨੂੰ ਕੁਝ ਕਹੋਗੇ। ਤਾਂ ਦੇਖੋ, ਸਤਿਆਪਾਲ ਮਲਿਕ ਹੋਰਾਂ ਨੂੰ ਪਹਿਲਾਂ ਵੀ CBI ਨੇ ਬੁਲਾਇਆ ਸੀਗਾ, ਸ਼ਾਇਦ ਅਕਤੂਬਰ 2022 ਦੀ ਗੱਲ ਆ, ਕਿਉਂਕਿ ਇਹਨਾਂ ਨੇ ਇੱਕ ਦਾਅਵਾ ਹੋਰ ਕੀਤਾ ਸੀ। ਇੱਕ ਤੇ ਇਹਨਾਂ ਦੇ ਖੁਲਾਸੇ ਬੜੇ ਖਤਰਨਾਕ ਹੁੰਦੇ ਆ ਨਾ ਜੀ, ਜਿਵੇਂ ਉਹ ਸਾਊਥ ਵਾਲੀਆਂ ਫਿਲਮਾਂ ਦੇ ਐਂਡ ਬੜੇ ਖਤਰਨਾਕ ਹੁੰਦੇ, ਤੁਹਾਨੂੰ ਪਤਾ ਹੀ ਆ। ਤਾਂ ਉਦਾਂ ਇਹਨਾਂ ਦੇ ਵੀ ਖੁਲਾਸੇ ਬੜੇ ਖਤਰਨਾਕ ਨੇ। ਤਾਂ ਇਹਨਾਂ ਨੇ ਕਹਿ ਦਿੱਤਾ ਸੀਗਾ ਕਿ
ਮੈਂ ਜਦੋਂ ਜੰਮੂ ਕਸ਼ਮੀਰ ਦਾ ਗਵਰਨਰ ਸੀਗਾ ਤਾਂ ਉਸ ਵੇਲੇ ਮੈਨੂੰ 300 ਕਰੋੜ ਰੁਪਏ ਦੀ ਰਿਸ਼ਵਤ ਦੇਣ ਦਾ ਯਤਨ ਕੀਤਾ ਗਿਆ ਸੀਗਾ। ਤਾਂ ਉਸ ਸੰਦਰਭ ਦੇ ਵਿੱਚ ਪਹਿਲਾਂ ਵੀ ਪੁੱਛਗਿੱਛ ਹੋਈ, ਪਰ ਜਿਵੇਂ ਹੀ ਇਹ ਇੰਟਰਵਿਊ ਆਈ, ਇਸ ਇੰਟਰਵਿਊ ਨੇ ਭਾਰਤੀ ਜਨਤਾ ਪਾਰਟੀ ਦੇ ਚਿਹਰੇ, ਜਿਹੜੇ ਵੱਡੇ ਵੱਡੇ ਚਿਹਰੇ ਸੀਗੇ, ਉਹ ਤੇ ਬਿਲਕੁਲ ਸੀ ਦਿੱਤੇ, ਬੋਲੇ ਹੀ ਨਹੀਂ ਹੈ ਜੀ। ਪਰੰਤੂ ਹੋਇਆ ਕੀ ਹੈ ਕਿ 2 ਕੁ ਦਿਨ ਦਾ ਕਹਿ ਲਓ ਕਿ ਇਹ ਜਿਹੜਾ ਸਾਇਲੈਂਟ ਮਾਹੌਲ ਸੀਗਾ ਇਹ ਰਿਹਾ। ਉਸ ਤੋਂ ਬਾਅਦ ਫਿਰ ਹੁਣ ਚੁੱਪੀ ਟੁੱਟ ਗਈ ਆ ਤੇ ਅੱਜ ਖੁਦ ਸਤਿਆਪਾਲ ਮਲਿਕ ਜੀ ਜਿਹੜੇ ਆ ਉਹਨਾਂ ਨੇ ਇਸ ਗੱਲ ਦੀ ਤਸਦੀਕ ਕੀਤੀ ਹੈ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿ ਹਾਂ ਮੈਨੂੰ ਸੀਬੀਆਈ ਨੇ ਸੱਦਿਆ ਤੇ ਕਿਹਾ ਕਿ ਬਾਈ ਉਸ ਰਿਸ਼ਵਤ ਕਾਂਡ ਬਾਰੇ ਸਪਸ਼ਟੀਕਰਨ ਦੇਵੋ। ਤੇ ਇਹਦਾ ਮਤਲਬ ਇਹ ਹੋਇਆ ਕਿ ਸਤਿਆਪਾਲ ਮਲਿਕ ਨੇ ਜਿਹੜੇ ਸਵਾਲ ਚੁੱਕੇ ਸਨ ਉਹਨਾਂ ਦੇ ਜਵਾਬ ਤੇ ਨਹੀਂ ਆਉਗੇ, ਪਰ ਹੁਣ ਇਹਨਾਂ ਨੂੰ ਸਵਾਲ ਬਹੁਤ ਹੋਣਗੇ ਆਉਣ ਵਾਲੇ ਸਮੇਂ 'ਚ। ਜੀ ਮਿੰਟੂ ਜੀ, ਇਹ ਦੱਸਿਓ, ਆਮ ਆਦਮੀ ਪਾਰਟੀ ਦੇ ਐਮਐਲਏ ਗੋਲਡੀ ਕੰਬੋਜ ਦੇ ਪਿਤਾ ਜੀ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਬਲੈਕਮੇਲਿੰਗ ਦੇ ਦੋਸ਼ਾਂ ਦੇ ਵਿੱਚ। ਕੀ ਵੇਰਵਾ ਜੀ ਇਸ ਗੱਲ ਦਾ? ਸਮਝ ਨਹੀਂ ਆ ਰਹੀ ਜੀ। ਇੱਧਰ ਹੁਣੇ ਹੀ ਇੱਕ ਖਬਰ ਜਿਹੜੀ ਹੈ ਉਹ ਆ ਰਹੀ ਹੈ ਕਿ ਗੋਲਡੀ ਕੰਬੋਜ ਦੇ ਪਿਤਾ ਜਿਹੜੇ ਸੁਰਿੰਦਰ ਕੰਬੋਜ, ਉਸ ਕੇਸ ਦੇ ਵਿੱਚ ਨਵਾਂ ਮੋੜ ਆ ਗਿਆ। ਦਰਅਸਲ ਜਲਾਲਾਬਾਦ ਪੁਲਿਸ ਦੇ ਵੱਲੋਂ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਖਿਲਾਫ ਮਾਮਲਾ ਦਰਜ ਕਰਵਾਉਣ ਵਾਲੇ ਸ਼ਿਕਾਇਤਕਰਤਾ ਸੁਨੀਲ ਕੁਮਾਰ ਖਿਲਾਫ ਵੀ ਧਾਰਾ 376 ਤਹਿਤ ਬਲਾਤਕਾਰ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਹ ਕਹਾਣੀ ਪਤਾ ਨਹੀਂ ਕਿੱਧਰ ਨੂੰ ਜਾ ਰਹੀ ਹੈ। ਖੈਰ ਦੇਖੋ, ਇਹ ਜਿਹੜਾ ਸੁਨੀਲ ਕੁਮਾਰ ਸੀਗਾ, ਇਸ ਦੇ ਬਿਆਨ ਦਿੱਤੇ ਸੀਗੇ ਕਿ ਸੁਰਿੰਦਰ ਕੰਬੋਜ ਤੇ ਇੱਕ ਔਰਤ, ਉਹਦਾ ਪਤੀ, ਇਹਨਾਂ ਨੇ ਟਰੈਪ ਕਰਕੇ ਮੈਨੂੰ ਮੁੜ ਕੇ ਬਲਾਤਕਾਰ ਦਾ ਡਰ ਵਿਖਾ ਕੇ ਕਿ ਤੇਰੇ ਤੇ ਕੇਸ ਦਰਜ ਕਰਵਾ ਦੇਾਂਗੇ 10 ਲੱਖ ਰੁਪਏ ਦੀ ਮੰਗ ਕੀਤੀ ਹੈ। ਇਸ ਤਰ੍ਹਾਂ ਮਤਲਬ ਕਿ ਕਈ ਲੱਖ ਰੁਪਏ ਮੰਗ ਜਦੋਂ ਹੋਈ ਉਹਦੇ ਤੋਂ ਤਾਂ ਉਸਨੇ ਪੁਲਿਸ ਕੰਪਲੇਂਟ ਕੀਤੀ ਤੇ ਉਸ ਤੋਂ ਬਾਅਦ ਸੁਰਿੰਦਰ ਕੰਬੋਜ ਤੇ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ। ਗੋਲਡੀ ਕੰਬੋਜ ਕਹਿੰਦਾ ਕਿ ਮੇਰਾ ਪਿਓ ਤਾਂ ਮੇਰੇ ਨਾਲ ਰਹਿੰਦਾ ਹੀ ਨਹੀਂ ਬਾਈ, ਮੇਰਾ ਕੋਈ ਲੈਣਾ ਦੇਣਾ ਨਹੀਂ। ਚੰਗਾ ਹੋਇਆ ਪੁਲਿਸ ਨੇ ਉਸਨੂੰ ਫੜ ਲਿਆ ਜੀ। ਜਦੋਂ ਗੋਲਡੀ ਕੰਬੋਜ ਦੇ ਪਿਓ ਨੂੰ ਉੱਥੇ ਪੇਸ਼ ਕੀਤਾ ਗਿਆ, ਉਹਦੇ ਫਾਦਰ ਨੂੰ ਲੈ ਕੇ ਆਏ ਤਾਂ ਫਿਰ ਮੈਡੀਕਲ ਵਾਸਤੇ ਜਦੋਂ ਖੜਿਆ ਗਿਆ ਤਾਂ ਉਹਨੂੰ ਪੁੱਛਿਆ ਗਿਆ, ਉਹ ਕਹਿੰਦਾ ਕਿ ਜੀ ਮੈਨੂੰ ਤੇ ਨਜਾਇਜ਼ ਫਸਾਇਆ ਜਾ ਰਿਹਾ। ਹੁਣ ਇਹ ਕਮਾਲ ਦੀ ਗੱਲ ਆ ਕਿ ਪੁੱਤਰ ਵਿਧਾਇਕ ਹੋਵੇ, ਸੁਖਬੀਰ ਬਾਦਲ ਨੂੰ ਹਰਾਇਆ ਹੋਵੇ, ਸਰਕਾਰ ਆਪਦੀ ਹੋਵੇ ਤੇ ਫਸਾ ਕੌਣ ਰਿਹਾ ਜੀ? ਇਹ ਵੀ ਬੜੀ ਅਣਹੋਣੀ ਜੀ ਗੱਲ ਆ। ਤਾਂ ਖੈਰ ਉਧਰੋਂ ਗੋਲਡੀ ਕੰਬੋਜ ਕਹਿੰਦਾ ਕਿ ਜੀ ਮੇਰਾ ਤਾਂ ਕੋਈ ਲੈਣਾ ਦੇਣਾ ਨਹੀਂ ਹੈਗਾ। ਪਰ ਜੇ ਤੁਸੀਂ ਦੇਖੋ ਕਿ ਸੁਰਿੰਦਰ ਕੰਬੋਜ ਦੀਆਂ ਤਾਂ ਬਹੁਤ ਪੁਰਾਣੀਆਂ ਗੱਲਾਂ ਨੇ। ਹਿਸਾਬ ਲਾ ਲਓ 2006 ਦੇ ਵਿੱਚ 500 ਗ੍ਰਾਮ ਹੈਰੋਇਨ ਦਾ ਕੇਸ ਇਹਦੇ ਤੇ ਦਰਜ ਹੈ ਜੀ, ਐਨਡੀਪੀਐਸ ਦਾ। ਉਹ ਬਾਅਦ ਪਤਾ ਨਹੀਂ ਨਿਬੜ ਗਿਆ ਕਿ ਨਹੀਂ, ਕਿਉਂਕਿ ਉਸ ਵੇਲੇ ਇਹ ਰਿਕਵਰੀ ਇੱਕ ਇਸ ਤਰ੍ਹਾਂ ਦੀ ਰਿਕਵਰੀ ਸੀ ਕਿ ਹੈਰੋਇਨ ਨੂੰ ਕੋਈ ਜ਼ਿਆਦਾ ਪੁੱਛਦਾ ਨਹੀਂ ਸੀਗਾ ਜੀ। ਤਾਂ ਉਸ ਵੇਲੇ ਫੜੀ ਗਈ ਸੀ। ਐਨਡੀਪੀਐਸ ਦਾ ਇੱਕ ਹੋਰ ਮੁਕੱਦਮਾ ਦਰਜ ਹੈ ਇਹਦੇ ਤੇ। ਫਿਰ ਇਸ ਤੋਂ ਇਲਾਵਾ ਇੱਕ ਮੁਕੱਦਮਾ ਇਹਨਾਂ ਤੇ ਚੰਡੀਗੜ੍ਹ ਵੀ ਦਰਜ ਹੈ, ਜਿਹਦੇ ਚ ਗੋਲਡੀ ਕੰਬੋਜ ਵੀ ਨਾਮਜ਼ਦ ਸੀਗਾ 420 ਦਾ ਉਹ ਜੀ। ਉਹਦੇ ਵਿੱਚ ਜਿਹੜਾ ਜੇ ਡਿਕਲੇਰੇਸ਼ਨ ਦੇਖੋਗੇ ਇਹਨਾਂ ਦੀ ਜੋ ਚੋਣ ਕਮਿਸ਼ਨ ਨੂੰ ਦਿੱਤੀ ਹੈ ਤਾਂ ਉਹਦੇ ਵਿੱਚ ਬਕਾਇਦਾ ਉਹ ਮੁਕੱਦਮਾ ਦਰਜ ਹੈ। ਇਹ ਤੋਂ ਇਲਾਵਾ ਅੱਜ ਵਿਰਸਾ ਸਿੰਘ ਵਲਟੋਆ ਨੇ ਤਾਂ ਹੋਰ ਵੀ ਸੰਗੀਨ ਦੋਸ਼ ਲਾਇਆ ਕਿ ਚੰਡੀਗੜ੍ਹ ਦੇ ਵਿੱਚ ਇੱਕ ਵੇਲੇ ਦੇ ਵਪਾਰ ਵਾਲੇ ਵਿਵਾਦ 'ਚ ਵੀ ਇਹ ਫਸੇ ਸਨ। ਤਾਂ ਇਸ ਤਰ੍ਹਾਂ ਮਤਲਬ ਕਿ ਇੱਕ ਬਹੁਤ ਵੱਡੀ ਅੱਜ ਦੀ ਘੜੀ ਕਹਿ ਲਓ ਕਿ ਬਦਨਾਮੀ ਬਣ ਗਈ। ਆਮ ਆਦਮੀ ਪਾਰਟੀ ਦੇ ਨਾਲ ਜੁੜ ਗਿਆ ਇਹ ਮਸਲਾ। ਹਾਲਾਂਕਿ ਗੋਲਡੀ ਕੰਬੋਜ ਨੇ ਪਹਿਲਾਂ ਹੀ ਕਿਹਾ ਸੀਗਾ, ਹੁਣ ਵੀ ਉਹਨੇ ਕਿਹਾ ਕਿ ਮੇਰਾ ਕੋਈ ਲੈਣਾ ਦੇਣਾ ਨਹੀਂ, ਪਰ ਤੁਹਾਨੂੰ ਪਤਾ ਹੀ ਹੈ ਕਿ ਪਿਓ ਦੇ ਨਾਲ ਇਹ ਵੀ ਨਹੀਂ ਹੈ ਕਿ ਤੁਸੀਂ ਕਹਿ ਦੋਗੇ ਕਿ ਹਾਂ ਬਈ ਮੇਰਾ ਤੇ ਬਿਲਕੁਲ ਰਿਸ਼ਤਾ ਹੈ ਨਹੀਂਗਾ। ਤਾਂ ਇਹ ਹੁੰਦਾ ਕਿ ਹਾਂ ਮੇਰਾ ਵਰਤਾ ਹੈ ਨਹੀਂਗਾ, ਪਰ ਗੱਲਾਂ ਤਾਂ ਫਿਰ ਉੱਡ ਜਾਂਦੀਆਂ ਨੇ ਨਾ। ਤਾਂ ਬਹਰਹਾਲ ਨਵੀਂ ਇਹਦੇ ਵਿੱਚ ਖਬਰ ਇਹੋ ਆ ਕਿ ਸ਼ਿਕਾਇਤਕਰਤਾ ਤੇ ਵੀ ਮੁਕੱਦਮਾ ਦਰਜ ਕਰ ਦਿੱਤਾ ਗਿਆ। ਤੇ ਇਹ ਕੀ ਚੱਲਦਾ ਪਿਆ ਤਾਂ ਸਮਝ ਤੋਂ ਪਰੇ ਦੀ ਗੱਲ ਹੈ ਕਿ ਜਿਹੜਾ ਬੰਦਾ ਖੁਦ ਬਲੈਕਮੇਲ ਹੋ ਰਿਹਾ ਸੀਗਾ ਉਹ ਹੁਣ ਬਲਾਤਕਾਰੀ ਹੋ ਗਿਆ ਕੁਝ ਘੰਟਿਆਂ ਦੇ ਅੰਦਰ ਅੰਦਰ। ਤਾਂ ਸਮਝ ਤੋਂ ਬਾਹਰ ਹੈ। ਖੈਰ ਦੇਖੋ ਹੁਣ ਅੱਗੇ ਕੀ ਬਣਦਾ, ਪਰ ਇਹਨਾਂ ਦੇ ਚੰਨ ਜਿਹੜੇ ਆ ਨਾ ਉਹ ਕਾਫੀ ਚੜਾ ਰਹੇ ਨੇ ਜੀ। ਚੰਨ ਜਿਹੜੇ ਰੱਖੇ ਹੋਏ ਨੇ ਇਹਨਾਂ ਨੇ ਉਹ ਚੰਨ ਚੜਾ ਵੀ ਚੰਗੇ ਰਹੇ ਨੇ। ਤਾਂ ਇਹਨਾਂ ਨੂੰ ਥੋੜਾ ਜਿਹਾ ਸੰਭਲ ਕੇ ਚੱਲਣ ਦੀ ਜ਼ਰੂਰਤ ਆ। ਆਪੋ ਆਪਣੇ ਹਲਕਿਆਂ ਚੋਂ ਇਹਨਾਂ ਨੂੰ ਥੋੜਾ ਜਿਹਾ ਨਾ, ਜਿਵੇਂ ਖੂਫੀਆ ਸਰਵੇ ਕਰਾਉਂਦੇ ਆ, ਇਹਨਾਂ ਨੂੰ ਖੂਫੀਆ ਇਨਕੁਆਇਰੀਆਂ ਕਰਾ ਲੈਣੀਆਂ ਚਾਹੀਦੀਆਂ ਜਿੱਥੇ ਜਿੱਥੇ ਇਹਨਾਂ ਦੇ ਵਿਧਾਇਕ ਆ, ਕਿਉਂਕਿ ਕੋਈ ਸੱਟੇ ਵਾਲਾ, ਕੋਈ ਹੋਰ ਸੱਟੇ ਸੁੱਟੇ ਵਾਲਾ, ਕੋਈ ਸੂਟੇ ਵਾਲਾ, ਇਹ ਇਸ ਤਰ੍ਹਾਂ ਦਾ ਮਤਲਬ ਕਿ ਕੰਮ ਚੱਲੀ ਜਾਂਦਾ ਜਿਨ੍ਹਾਂ ਦੇ ਨਾਲ ਰਲ ਮਿਲ ਕੇ ਇਹਨਾਂ ਦੇ ਬੰਦੇ ਜਾਂ ਇਹਨਾਂ ਦੇ ਬੰਦਿਆਂ ਦੇ ਬੰਦੇ ਉਹ ਹੱਥ ਰਲਾਈ ਖੜੇ ਆ। ਤਾਂ ਜਦੋਂ ਤੁਸੀਂ ਸਾਰੇ ਹਲਕਿਆਂ ਚੋਂ ਖੁਫੀਆ ਰਿਪੋਰਟਾਂ ਹਾਸਲ ਕਰੋਗੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਬਾਈ ਮਹੀਨੇ ਕਿੱਥੇ ਵਧੇ ਹੋਏ ਨੇ, ਕਿੱਥੇ ਸਾਰੇ ਕੰਮਕਾਰ ਚੱਲਦੇ ਪਏ ਨੇ। ਕੰਮ ਹੋਰ ਵੀ ਬਹੁਤ ਚੱਲ ਰਹੇ ਨੇ ਜੀ।
ਮਿੰਟੂ ਜੀ, ਬੀਤੇ ਦਿਨਾਂ ਤੋਂ ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਰੋਪੜ 'ਚ ਕਿਸ ਤਰ੍ਹਾਂ VIP ਸਹੂਲਤਾਂ ਮਿਲਦੀਆਂ ਰਹੀਆਂ 2 ਸਾਲ ਪਹਿਲੋਂ ਜਦੋਂ ਇੱਥੋਂ ਦੀ ਜੇਲ੍ਹ ਦੇ ਵਿੱਚ ਕੈਦ ਸੀ, ਤੇ ਉਹਨੂੰ ਪੰਜਾਬ ਦੇ ਵਿੱਚ ਹੀ ਰੱਖਣ ਵਾਸਤੇ ਕਿਸ ਤਰ੍ਹਾਂ ਦੇ ਉਪਰਾਲੇ ਉਦੋਂ ਦੀ ਸਰਕਾਰ ਵੱਲੋਂ ਕੀਤੇ ਗਏ, ਕਾਫੀ ਚਰਚਾ ਦੇ ਵਿੱਚ ਸਾਰੀ ਗੱਲ ਬਣੀ ਹੋਈ ਹੈ। ਤੇ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਹਿ ਦਿੱਤਾ ਕਿ ਜਿਹੜਾ ਵਕੀਲਾਂ ਦਾ ਬਿੱਲ ਸੀ 55 ਲੱਖ ਰੁਪਏ ਦਾ, ਕਹਿੰਦੇ ਉਹ ਵੀ ਸਰਕਾਰ ਅਦਾ ਨਹੀਂ ਕਰੇਗੀ। ਇਹਦੇ ਵਿੱਚ ਨਵੀਂ ਅਪਡੇਟ ਕੀ ਹੈ ਜੀ? ਹੁਣ ਜਿਹੜੀ ਸੂਈ ਹੈ ਸਾਰੀ ਦੀ ਸਾਰੀ ਉਹ ਕੈਪਟਨ ਅਮਰਿੰਦਰ ਸਿੰਘ ਵੱਲ ਮੋੜੀ ਜਾ ਰਹੀ ਆ, ਕੀ ਵੇਰਵਾ ਜੀ? ਬਿਲਕੁਲ, ਸਰਕਾਰ 55 ਲੱਖ ਵਾਲਾ ਬਿੱਲ ਅਦਾ ਨਹੀਂ ਕਰੇਗੀ, ਪਰ ਸਰਕਾਰ ਕਰਨਾਟਕ ਦੇ ਰੈਲੀਆਂ ਲਈ ਜਹਾਜ਼ ਦਾ ਖਰਚਾ ਜ਼ਰੂਰ ਅਦਾ ਕਰੇਗੀ। ਖੈਰ ਦੇਖੋ, ਇਹ ਰਾਜਨੀਤੀ ਹੈ। ਤਾਂ ਸੁਖਜਿੰਦਰ ਸਿੰਘ ਰੰਧਾਵਾ ਉਸ ਵੇਲੇ ਸਨ ਜੇਲ੍ਹ ਮੰਤਰੀ, ਇਹਨਾਂ ਦਾ ਇੱਟ ਖੜਿੱਕਾ ਹੋਇਆ ਸੀਗਾ। ਤੁਹਾਨੂੰ ਯਾਦ ਹੋਣਾ ਸਦਨ ਦੇ ਵਿੱਚ ਵੀ ਹਰਜੋਤ ਸਿੰਘ ਬੈਂਸ ਜਦੋਂ ਜੇਲ੍ਹ ਮੰਤਰੀ ਸਨ, ਉਹਨਾਂ ਨੇ ਖਾਸਾ ਟਾਈਮ ਲਾਇਆ ਸੀਗਾ ਇਸ ਮੁੱਦੇ ਤੇ। ਤਾਂ ਹੁਣ ਸੁਖਜਿੰਦਰ ਸਿੰਘ ਰੰਧਾਵਾ ਵੱਲ ਜਦੋਂ ਇਸ਼ਾਰਾ ਹੋਇਆ ਤਾਂ ਉਹਨਾਂ ਨੇ ਸਪਸ਼ਟਤਾ ਦਿੱਤੀ ਹੈ ਇਸ ਮਾਮਲੇ 'ਚ ਥੋੜੀ ਜਿਹੀ। ਉਹ ਕਹਿੰਦੇ ਕਿ ਦੇਖੋ, ਗੱਲ ਇਹ ਹੈ ਮਿੱਤਰ ਜੀ ਕਿ ਬਈ ਮੈਂ ਉਦੋਂ ਪੱਤਰ ਲਿਖ ਦਿੱਤਾ ਸੀਗਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ, ਤੇ ਦੂਜੀ ਗੱਲ ਇਹ ਆ ਕਿ ਬਈ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ ਜੀ, ਕਿਉਂਕਿ ਜੇ ਵਕੀਲ ਕੀਤੇ ਆ ਤਾਂ ਉਹ ਐਡਵੋਕੇਟ ਜਨਰਲ ਦਫ਼ਤਰ ਨੇ ਕੀਤੇ ਹੋਣਗੇ ਜਾਂ ਹੋਮ ਡਿਪਾਰਟਮੈਂਟ ਨੇ, ਤਾਂ ਉਸ ਵੇਲੇ ਹੋਮ ਡਿਪਾਰਟਮੈਂਟ ਕਿਹਦੇ ਕੋਲ ਸੀਗਾ? ਉਹ ਸੀਗਾ ਅਮਰਿੰਦਰ ਸਿੰਘ ਕੋਲ। ਤਾਂ ਪੁੱਛੋ ਉਸ ਨੂੰ, ਬਾਈ ਮੈਨੂੰ ਪਰੇਸ਼ਾਨ ਨਾ ਕਰੋ ਪਲੀਜ਼ ਜੀ। ਉਹ ਕਹਿੰਦੇ ਕਿ ਰਾਜਸਥਾਨ ਦੇ ਆਪਾਂ ਇੰਚਾਰਜ ਬਣ ਕੇ ਮੈਨੂੰ ਇੰਚਾਰਜ ਹੀ ਕਰਨ ਦਿਓ। ਤਾਂ ਖੈਰ ਇਹਨਾਂ ਨੇ ਸੂਈ ਉਧਰ ਨੂੰ ਘੁਮਾ ਦਿੱਤੀ। ਪਰ ਗੱਲ ਇਹ ਹੈ ਰੰਧਾਵਾ ਸਾਹਿਬ ਕਿ ਤੁਸੀਂ ਖੁਦ ਕਹਿ ਰਹੇ ਹੋ ਕਿ ਮੈਂ ਜੇਲ੍ਹ ਮੰਤਰੀ ਸੀ, ਮੇਰੀ ਜ਼ਿੰਮੇਵਾਰੀ ਹੈ ਜਿਹੜਾ ਜੇਲ੍ਹ 'ਚ ਕੈਦੀ ਆ ਗਿਆ ਉਸ ਨੂੰ ਸੰਭਾਲਣਾ ਜੀ। ਪਰ ਉੱਥੇ ਤੇ ਸੰਭਾਲਿਆ ਜਿਹੜੇ ਤਰੀਕੇ ਨਾਲ ਜਾ ਰਿਹਾ ਸੀਗਾ ਅੰਸਾਰੀ, ਕਿ ਉਹਦੀ ਜ਼ਿੰਮੇਵਾਰੀ ਤੋਂ ਵੀ ਮੁਕਤ ਹੋ ਜਾਓਗੇ ਜੀ। ਕਿਉਂਕਿ ਵਿਜੇ ਜੀ, ਕੱਲੀਆਂ ਇਹ ਦੂਸ਼ਣਬਾਜ਼ੀਆਂ ਨਹੀਂ ਸਨ। ਇੱਕ ਉੱਥੋਂ ਦੇ ਲੋਕਲ ਪੱਤਰਕਾਰ ਨੇ, ਬਹੁਤ ਵੱਡੇ ਅਖਬਾਰ ਦਾ ਪੱਤਰਕਾਰ ਸੀਗਾ, ਉਸਨੇ ਸਟੋਰੀ ਪਹਿਲਾਂ ਹੀ ਕੱਢ ਦਿੱਤੀ ਸੀਗੀ ਕਈ ਮਹੀਨੇ ਪਹਿਲਾਂ ਅੱਜ ਤੋਂ, ਤੇ ਅੰਸਾਰੀ ਦੀ ਬੈਰਕ ਤੱਕ ਉਹਦੀ ਪਤਨੀ ਦੀ ਰਸਾਈ ਹੈ ਜੀ। ਤਾਂ ਇਹ ਸਾਰਾ ਕੁਝ ਜੇ ਚੱਲ ਰਿਹਾ ਸੀਗਾ ਤਾਂ ਬਤੌਰ ਜੇਲ੍ਹ ਮੰਤਰੀ ਤੁਸੀਂ ਇਹਦੇ ਤੋਂ ਮੁਕਤ ਨਹੀਂ ਹੋ ਸਕਦੇ। ਠੀਕ ਹੈ, ਇਹ ਗੱਲ ਤਾਂ ਮੰਨਣ ਵਾਲੀ ਹੈ ਕਿ ਬਈ ਜੇ ਐਡਵੋਕੇਟ ਜਨਰਲ ਦੇ ਦਫ਼ਤਰ ਨੇ, AG ਦੇ ਦਫ਼ਤਰ ਨੇ ਕੋਈ ਵਕੀਲ ਹਾਇਰ ਕੀਤਾ ਤਾਂ ਉਹ ਜਵਾਬਦੇਹ ਆ, ਜਾਂ ਜਿਹਨੇ ਸਹੀ ਪਾਈ ਆ ਉਹ ਜਵਾਬਦੇਹ ਆ। ਤਾਂ ਫਿਰ ਜੇ ਉਹ ਜਵਾਬਦੇਹ ਆ ਤਾਂ ਜੇਲ੍ਹ ਦੇ ਵਿੱਚ ਜੇ ਵੱਖਰੀ ਬੈਰਕ ਦਿੱਤੀ ਗਈ ਸੀ, ਉਹਦੀ ਪਤਨੀ ਦੀ ਰਸਾਈ ਸੀ, ਉੱਥੇ ਮੁਸ਼ੱਕਤੀ ਦਿੱਤੇ ਗਏ ਸਨ, ਤੇ ਨਾਲ ਹੀ ਉੱਥੇ ਲਾਗੇ ਹੀ ਉਹਦੇ ਰਿਸ਼ਤੇਦਾਰਾਂ ਦੇ ਰਹਿਣ ਵਾਸਤੇ ਇੱਕ ਕੋਠੀ ਦਾ ਪ੍ਰਬੰਧ ਕੀਤਾ ਗਿਆ ਸੀਗਾ, ਖੁੱਲੀਆਂ ਮੁਲਾਕਾਤਾਂ ਹੋ ਰਹੀਆਂ ਸੀ, ਤਾਂ ਉਹਦੀ ਜਵਾਬਦੇਹੀ ਵੀ ਤਾਂ ਤੁਹਾਡੀ ਫਿਰ ਬਣਦੀ ਹੈ ਨਾ ਜੀ। ਬਿਲਕੁਲ ਬਿਲਕੁਲ। ਮਿੰਟੂ ਜੀ, ਜਿਹੜੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਨੇ ਬਲਬੀਰ ਸਿੰਘ ਸਿੱਧੂ, ਉਹਨਾਂ ਨੂੰ ਵੀ ਪੁੱਛਗਿੱਛ ਵਾਸਤੇ ਸੱਦਿਆ ਗਿਆ ਸੀ। ਕਈ ਘੰਟੇ ਸਵਾਲ ਜਵਾਬ ਚੱਲਦੇ ਰਹੇ ਜੀ ਉਹਨਾਂ ਨਾਲ ਵੀ ਜੀ। ਬਿਲਕੁਲ, 8 ਘੰਟੇ ਪੂਰੀ ਮਤਲਬ ਕਿ ਖਾਤਰਦਾਰੀ ਹੋਈ ਆ ਬਲਬੀਰ ਸਿੱਧੂ ਹੋਰਾਂ ਦੀ। ਤੇ ਉਹ ਜਾਣ ਲੱਗੇ ਕਹਿ ਕੇ ਗਏ ਸਨ ਕਿ ਮੇਰੀ ਪ੍ਰਾਪਰਟੀ ਸਾਰੀ ਔਨ ਦਾ ਰਿਕਾਰਡ ਹੈ ਬਾਈ, ਸਭ ਕੁਝ ਔਨ ਰਿਕਾਰਡ ਹੈ, ਕੁਝ ਵੀ ਓਲਾ ਛਪਾ ਹੈ ਨਹੀਂਗਾ। ਤਾਂ ਬਲਬੀਰ ਸਿੱਧੂ ਕੋਲੋਂ ਕੀ ਪੁੱਛਿਆ ਗਿਆ, ਕੀ ਦੱਸਿਆ ਗਿਆ, ਤਾਂ ਇਹ ਤਾਂ ਹੁਣ ਬਾਅਦ ਦੇ ਵਿੱਚ ਪਤਾ ਲੱਗੇਗਾ ਕਿ ਉਹਨਾਂ ਨੇ ਕੀ ਜਵਾਬ ਦਿੱਤੇ ਨੇ। ਹੁਣ ਅਸਲ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਵਿਜੀਲੈਂਸ ਬਹੁਤ ਜ਼ਿਆਦਾ ਬਿਜ਼ੀ ਚੱਲ ਰਹੀ ਹੈ ਇਸ ਟਾਈਮ, ਕਿਉਂਕਿ ਅੱਜ ਚੰਨੀ ਸਾਹਿਬ ਨੇ ਵੀ ਜਾਣਾ ਸੀਗਾ। ਚੰਨੀ ਸਾਹਿਬ ਕਹਿੰਦੇ ਕਿ ਨਹੀਂ ਮੇਰੇ ਕੋਲ ਥੋੜਾ ਜਿਹਾ ਬਈ ਜੇ ਮੈਂ ਅਗਲੀ ਵਾਰ ਫੇਰ ਮਿਲਾਂਗਾ। ਇਸ ਤੋਂ ਇਲਾਵਾ ਕਾਂਗੜ ਸਾਹਿਬ ਨੇ ਵੀ ਕਹਿੰਦੇ ਕਿ ਮੈਡੀਕਲ ਸਰਟੀਫਿਕੇਟ ਭੇਜ ਰੱਖਿਆ ਹੈ। ਇਹ ਵੀ ਸਾਬਕਾ ਕਾਂਗਰਸੀ, ਸਾਬਕਾ ਮੰਤਰੀ ਕਹਿੰਦੇ ਜੀ ਕਿ ਗੋਡਿਆਂ ਦਾ ਆਪਰੇਸ਼ਨ, ਉਹ ਕਹਿੰਦੇ ਕਿ ਹੁਣ ਸਰਟੀਫਿਕੇਟ ਵੀ ਵੇਖਾਂਗੇ ਕਿ ਵਾਕਿਆ ਗੋਡਿਆਂ 'ਚ ਨੁਕਸ ਹੈ ਕਿ। ਤੇ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਕਿ ਵੈਦ ਸਾਹਿਬ ਜਿਹੜੇ ਸਾਬਕਾ ਬਿਊਰੋਕਰੇਟ ਨੇ, ਉਹ ਵੀ 4-5 ਗੇੜੇ ਲਾਏ, ਉਹਨਾਂ ਦੇ ਵੀ ਕਾਗਜ਼ ਪੂਰੇ ਨਹੀਂ ਹੋ ਰਹੇ ਜ਼ਮੀਨ ਦੇ। ਇੱਕ ਜ਼ਮੀਨ ਕਿਹੜਾ ਥੋੜੀ ਆ, ਕਾਗਜ਼ ਵੀ ਪੂਰੇ ਫਿਰ ਉਸ ਹਿਸਾਬ ਨਾਲ ਹੀ ਹੋਣੇ, ਬੁਲੰਦੇ ਉਸ ਹਿਸਾਬ ਨਾਲ ਹੀ ਬਣਨੇ ਆ। ਪਰ ਜਿੱਥੋਂ ਤੱਕ ਬਲਬੀਰ ਸਿੱਧੂ ਹੋਰਾਂ ਦਾ ਮਸਲਾ ਹੈ, ਮੈਂ ਸਮਝਦਾ ਕਿ ਚਲੋ ਠੀਕ ਹੈ, ਪ੍ਰਾਪਰਟੀ ਵਗੈਰਾ ਜਿਹੜੀ ਉਹ ਦੇਖ ਲੈਣੀ ਚਾਹੀਦੀ ਹੈ। ਜੋ ਵੀ ਬੰਦਾ MLA MP ਰਿਹਾ ਤਾਂ ਜਾਂਚ ਪੜਤਾਲ ਹੋ ਜਾਵੇ, ਕੋਈ ਮਾੜੀ ਗੱਲ ਨਹੀਂ ਹੈਗੀ ਵਿਜੇ ਜੀ। ਪਰੰਤੂ ਇਹਨਾਂ ਦੇ ਕਾਰਜਕਾਲ ਦੇ ਦੌਰਾਨ ਜਦੋਂ ਇਹ ਸਿਹਤ ਮੰਤਰੀ ਸੀ, ਕੋਵਿਡ ਦੇ ਦੌਰਾਨ ਵੀ ਸਿਹਤ ਮੰਤਰੀ ਇਹੀ ਸਨ, ਤਾਂ ਵਿਜੇ ਜੀ ਇੱਕ ਘੁਟਾਲਾ ਹੋਇਆ ਸੀਗਾ ਜੀ ਹਾਂ ਸਿਹਤ ਮਹਿਕਮੇ 'ਚ। ਜੋ ਜ਼ੁਬਾਨ ਦੇ ਥੱਲੇ, ਜੀਭ ਦੇ ਥੱਲੇ ਗੋਲੀ ਰੱਖੀ ਜਾਂਦੀ ਹੈ ਨਾ, ਤਕਰੀਬਨ 150-200 ਕਰੋੜ ਰੁਪਏ ਦਾ ਘਪਲਾ ਸੀਗਾ ਉਹਦਾ। ਉਹ ਬਾਹਰ ਦੀ ਬਾਹਰ ਵਿਕ ਗਈ ਸੀਗੀ। ਗੱਲ ਇਹ ਹੈ ਕਿ ਤੁਸੀਂ ਛੋਟੀਆਂ ਚੀਜ਼ਾਂ ਮਗਰ ਦੌੜੀ ਜਾਂਦੇ ਹੋ। 2 ਵਾਰੀ ਕਾਂਗਰਸ ਰਾਜ ਦੇ ਵਿੱਚ ਉਹ ਕਮੇਟੀ ਬਣੀ,
ਘਪਲੇ ਤੇ, ਅੱਜ ਤੱਕ ਉਹਦੀ ਫਾਈਲ ਮੁਕੰਮਲ ਨਹੀਂ ਹੋਈ, ਜਾਂਚ ਮੁਕੰਮਲ ਨਹੀਂ ਹੋਈ। ਤੁਸੀਂ ਇਸ ਤਰ੍ਹਾਂ ਦਾ ਵੱਡਾ ਮੁੱਦਾ ਵੀ ਖੋਲੋ ਨਾ। ਮੈਂ ਨਹੀਂ ਕਹਿੰਦਾ ਕਿ ਫਲਾਣਾ ਚੋਰ ਹੈ, ਮੈਂ ਤਾਂ ਕਹਿੰਦਾ ਕਿ ਛਾਨਣਾ ਲਾ ਦਿਓ, ਆਪੇ ਛਣ ਜਾਏਗਾ ਉਹਦੇ ਚ ਕੌਣ ਜ਼ਿੰਮੇਵਾਰ ਹੈ ਕੌਣ ਨਹੀਂ ਹੈ। ਸੋ ਇਸ ਕਰਕੇ ਇਹ ਛੋਟੀਆਂ ਛੋਟੀਆਂ ਆਪਣੀਆਂ ਰਾਜਨੀਤਿਕ ਕਿਹੜਾ ਛੇੜਾ ਇਹ ਤਾਂ ਤੁਹਾਡੀਆਂ ਆਪਣੀ ਥਾਂ ਤੇ ਨੇ, ਚਲੋ ਜਵਾਬਦੇਹੀ ਆਪਣੀ ਥਾਂ ਤੇ, ਸਵਾਲ ਆਪਣੀ ਥਾਂ ਤੇ, ਉਹ ਸਭ ਕੁਝ ਹੈ, ਪਰੰਤੂ ਜੇ ਕੁਝ ਕਰਨਾ ਤਾਂ ਵੱਡਾ ਕਰੋ, ਬਹੁਤ ਵੱਡਾ ਕਰੋ। ਬਹੁਤ ਵੱਡਾ ਕਰਨ ਵਾਲਾ ਹੈਗਾ ਮਸਾਲਾ ਤੁਹਾਡੇ ਕੋਲ ਜੀ। ਤੇ ਮਿੰਟੂ ਜੀ ਇਹ ਕੀ ਕਹਾਣੀ ਹੈ ਵੀ ਅਮੀਰ ਬਣਨ ਦੇ ਲਾਲਚ 'ਚ ਇੱਕ ਔਰਤ ਦੀ ਬਲੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਪੁਲਿਸ ਨੇ 2 ਜਣਿਆਂ ਨੂੰ ਕਾਬੂ ਕੀਤਾ, ਕਿੱਥੋਂ ਦੀ ਸਟੋਰੀ ਹੈ ਜੀ ਇਹ? ਦੇਖੋ ਇਹ ਫਤਿਹਗੜ੍ਹ ਸਾਹਿਬ ਦੀ ਹੈ, ਜਿਹੜੇ ਹੁੰਦੇ ਆ ਸਾਈਕਲਾਂ ਤੇ ਤਮਾਸ਼ਾ ਵਗੈਰਾ ਕਰਨ ਵਾਲੇ, ਤਾਂ ਇਹਨਾਂ ਦੀ ਕਿਸੇ ਔਰਤ ਦੇ ਨਾਲ ਗਾਂ ਜਾਣ ਪਛਾਣ ਹੋ ਗਈ ਤੇ ਇਹ ਕਿਸੇ ਤਾਂਤਰਿਕ ਦੇ ਚੱਕਰ ਦੇ ਵਿੱਚ ਸਨ। ਤਾਂ ਫਿਰ ਉਸ ਔਰਤ ਨੂੰ ਪੁਚਲਾ ਕੇ ਇਹ ਇੱਕ ਥਾਂ ਤੇ ਲੈ ਗਏ ਜਿੱਥੇ ਦਾਤਰ ਨਾਲ ਉਸ ਦੀ ਧੌਣ ਵੱਢ ਦਿੱਤੀ। ਫਿਰ ਇਹ ਉਹਨੂੰ ਮੋਇਆ ਸਮਝ ਕੇ ਉੱਥੋਂ ਨੱਸ ਗਏ, ਪਰ ਵਧੀ ਸੀ ਉਸ ਔਰਤ ਦੀ, ਉਹ ਬਚ ਗਈ ਆ। ਤਾਂ ਦੱਸਦੇ ਇਹ ਆ ਕਿ ਹੁਣ ਜਦੋਂ ਇਹਨਾਂ ਨੂੰ ਫੜਿਆ ਗਿਆ ਤਾਂ ਇਹ ਕਹਿੰਦੇ ਕਿਸੇ ਤਾਂਤਰਿਕ ਕੋਲ ਜਾਂਦੇ ਸਨ ਤੇ ਉਹਨੇ ਕਿਹਾ ਸੀਗਾ ਕਿ ਤੁਸੀਂ ਇੱਕ ਔਰਤ ਦੀ ਬਲੀ ਦੇ ਦੇਵੋ ਤੇ ਉਸ ਤੋਂ ਬਾਅਦ ਤੁਹਾਡੀਆਂ ਫੈਕਟਰੀਆਂ ਲੱਗਣਗੀਆਂ, ਇਹ ਹੋ ਜਾਏਗਾ, ਉਹ ਹੋ ਜਾਏਗਾ। ਜਿਵੇਂ ਲੋਟਰੀ ਵਾਲੇ ਕਹਿੰਦੇ ਹੁੰਦੇ ਨਾ ਕਿ ਚੱਲੇਗੀ ਕਾਰ ਵਿੱਚ ਬਾਜ਼ਾਰ ਟੀਮ, ਮਤਲਬ ਕਿਸ ਤਰ੍ਹਾਂ ਸਬਜ਼ ਬਾਗ, ਤਾਂ ਉਸੇ ਤਰ੍ਹਾਂ ਉਹ ਬਈ ਤੁਹਾਨੂੰ ਫੈਕਟਰੀਆਂ ਲੱਗ ਜਾਣਗੀਆਂ, ਦਿਹਾੜੀ ਕਰਨ ਦੀ ਜ਼ਰੂਰਤ ਨਹੀਂ ਵਗੈਰਾ ਵਗੈਰਾ ਸਾਰੀਆਂ ਗੱਲਾਂ। ਤਾਂ ਦਰਅਸਲ ਕੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਬੇਵਕੂਫ ਲੋਕ ਬੈਠੇ। ਵੈਸੇ ਪੂਰੇ ਇੰਡੀਆ 'ਚ ਜੇ ਦੇਖੋਗੇ ਜਿੱਥੇ ਪੜ੍ਹਾਈ ਲਿਖਾਈ ਘੱਟ ਆ ਤਾਂ ਉੱਥੇ ਤਾਂ ਬਹੁਤ ਸਾਰੀਆਂ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰਦੀਆਂ। ਕਈਆਂ ਨੂੰ ਔਰਤਾਂ ਨੂੰ ਡਾਇਨ ਕਹਿ ਕੇ ਮਾਰ ਦਿੱਤਾ ਜਾਂਦਾ ਹੈ, ਅੱਜ ਵੀ ਵਰਤਾਰਾ ਇੰਡੀਆ 'ਚ ਚੱਲਦਾ ਵੀ, ਰੋਕ ਟੋਕ ਚੱਲਦਾ ਉਹ। ਪਰ ਇੱਥੇ ਕੀ ਹੈ ਕਿ ਪੰਜਾਬ 'ਚ ਵੀ ਇਹੋ ਜਿਹੀਆਂ ਘਟਨਾਵਾਂ ਵੇਖਣ ਨੂੰ ਮਿਲਦੀਆਂ। ਆ ਪਿੱਛੇ ਜੀ ਇੱਕ ਸਜ਼ਾ ਹੋਈ ਹੈ ਜਿਹਦੇ ਵਿੱਚ 2 ਮਾਸੂਮਾਂ ਨੂੰ ਮਾਰ ਦਿੱਤਾ ਗਿਆ ਸੀ ਪਰਿਵਾਰ ਵੱਲੋਂ, ਕਿਉਂਕਿ ਉਹਨਾਂ ਦੀ ਭੂਆ ਦੇ ਘਰ ਸ਼ਾਇਦ ਜਵਾਕ ਨਹੀਂ ਸੀ ਹੋ ਰਿਹਾ। ਤਾਂ ਇਹ ਦਾਦੀ ਵੀ ਵਿੱਚ ਸ਼ਾਮਲ ਸੀ, ਹਿਸਾਬ ਲਾ ਲਓ, ਆਪਾਂ ਕਹਿੰਦੇ ਮੂਲ ਨਾਲੋਂ ਵਿਆਜ ਪਿਆਰੇ ਜੀ। ਤਾਂ ਮਾਸੂਮਾਂ ਦੀ ਬਲੀ ਦੇ ਦਿੱਤੀ ਗਈ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਿੱਧੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਜਿਹੜੇ ਲੋਕ ਬਹੁਤ ਜ਼ਿਆਦਾ ਪੜ੍ਹਾਈ ਲਿਖਾਈ ਬੰਨਿਓ ਪਛੜੇ ਨੇ, ਸੋਚ ਪੱਖੋਂ ਜਾਂ ਕਹਿ ਲਓ ਕਿ ਮਾਨਸਿਕ ਤੌਰ ਤੇ ਵੀ ਉਹ ਇੰਨੇ ਜ਼ਿਆਦਾ ਵਿਕਾਸਸ਼ੀਲ ਨਹੀਂ ਹੈਗੇ। ਤਾਂ ਇਹ ਚੀਜ਼ ਆ ਕਿ ਸਾਡੇ ਇਸ ਸਮਾਜ ਦੇ ਇੱਕ ਹਿੱਸੇ ਦੇ ਵਿੱਚ ਇਸ ਤਰ੍ਹਾਂ ਦੇ ਵਹਿਮ ਭਰਮ ਜਿਹੜੇ ਆ ਉਹ ਕਈ ਵਾਰ ਕਿਸੇ ਦੇ ਜਾਨ ਦਾ ਖੌਅ ਬਣ ਜਾਂਦੇ ਜੀ। ਤੇ ਮਿੰਟੂ ਜੀ ਅੱਜ ਦੀ ਖੁਸ਼ਨੁਮਾ ਖਬਰ ਕੀ ਹੈ ਜੀ? ਬਿਲਕੁਲ ਜੀ, ਖੁਸ਼ਨੁਮਾ ਖਬਰ ਪਟਿਆਲੇ ਦੀ 9 ਸਾਲ ਦੀ ਅਵਲੀਨ ਕੌਰ ਭਾਸ਼ਣ ਦੇਣ ਗਈ ਸੀਗੀ, ਜੋ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੀ ਪਿਛਲੇ ਦਿਨੀ ਜਯੰਤੀ ਸੀਗੀ ਨਾ, ਜਨਮ ਦਿਹਾੜਾ ਸੀਗਾ 151ਵਾਂ ਜੀ। ਤਾਂ ਉਸ ਮੌਕੇ ਤੇ ਇਹ 2 ਕੁੜੀਆਂ ਗਈਆਂ ਸਨ, ਇੱਕ ਸੀਨੀਅਰ ਵਰਗ ਦੇ ਵਿੱਚ ਸੀ, ਇੱਕ ਜੂਨੀਅਰ ਵਰਗ ਦੇ ਵਿੱਚ, ਮਤਲਬ ਕਿ 9 ਸਾਲ ਦੀ ਅਵਲੀਨ ਕੌਰ। ਉਸਨੇ ਇੰਨਾ ਸ਼ਾਨਦਾਰ ਭਾਸ਼ਣ ਦਿੱਤਾ ਲੋਕ ਸਭਾ ਦੇ ਵਿੱਚ ਕਿ ਅਸ਼ ਅਸ਼ ਕਰ ਉੱਠੇ। ਤਾਂ ਇੱਥੇ ਜਿਹੜੇ ਬਿੜਲਾ ਸਾਹਿਬ ਸਨ, ਜਿਹੜੇ ਲੋਕ ਸਭਾ ਦੇ ਸਪੀਕਰ ਵੀ ਆ, ਤਾਂ ਉਹ ਵੀ ਬਹੁਤ ਜ਼ਿਆਦਾ ਮੁਤਾਸਰ ਹੋਏ ਇਸ ਛੋਟੀ ਜੀ ਨੰਨੀ ਜੀ ਬੱਚੀ ਤੋਂ ਜੀ। ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ, ਫਖਰ ਵਾਲੀ ਗੱਲ ਹੈ ਕਿ ਸਾਡੇ ਕੋਲ ਇਸ ਤਰ੍ਹਾਂ ਦੀਆਂ ਧੀਆਂ ਨੇ, ਇਸ ਤਰ੍ਹਾਂ ਦੀਆਂ ਬੱਚੀਆਂ ਨੇ ਕਿ ਜਿਹੜੀਆਂ ਛੋਟੀ ਉਮਰ ਦੇ ਵਿੱਚ ਵੀ ਬਹੁਤ ਵੱਡੀਆਂ ਮੱਲਾਂ ਮਾਰ ਰਹੀਆਂ ਜੀ।